ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਇ ਨਾ ਮੇਟੈ ਦਾਤ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਈ। ਸੇ ਜੰਤ ਭਏ ਹਰਿਆਵਲੀ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ। ਜਿਨ ਗੁਰੂ ਜਨਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਆਪ ਤਰਿਆ ਜਿਨੀ ਡਿਠਾ ਤਿਨ ਲੈ ਛਡਾਈ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਣੀ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਪਾਵਨ ਬਾਣੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਸ੍ਰੀ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਸੀ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰੂ ਘਰ ਦੇ ਸ਼ਰਧਾਲੂ ਸ਼੍ਰੀ ਸ਼ਿਵ ਸ਼ੰਕਰ ਜੀ, ਸ਼੍ਰੀ ਪਵਨ ਜੀ, ਸ਼੍ਰੀ ਗੁਲਸ਼ਨ ਆਨੰਦ ਜੀ ਤੇ ਸਮੂਹ ਸੰਗਤ ਰਾਣੀ ਬਾਗ ਨਗਰ ਦੀ, ਸਾਰਿਆਂ ਨੇ ਮਿਲ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੁੰਦਰ ਦੀਵਾਨ ਸਜਾਉਣੇ ਕੀਤੇ ਹਨ ਔਰ ਮਾਣੀ ਮਨ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਵਨ ਦੀਆਂ ਕੁਝ ਘੜੀਆਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੁਸੀਂ ਇੰਨੇ ਉਪਕਾਰ ਕੀਤੇ। ਅੱਜ ਜੇ ਸਾਡਾ ਜੀਵਨ ਹੈ ਤੇ ਆਪ ਜੀ ਦਾ ਕਰਕੇ ਹੈ। ਇਹ ਅਰਦਾਸ ਕੀਤੀ ਜਾ ਰਹੀ ਹੈ ਮਨ ਹੀ ਮਨ ਗੁਰੂ ਦਰਬਾਰ ਵਿੱਚ ਬੈਠ ਕੇ। ਗੁਰਦੁਆਰਾ ਭਾਈ ਲਾਲੋ ਜੀ, ਜਿੱਥੇ ਬਹਿ ਕੇ ਅੱਜ ਗੁਰੂ ਦੀ ਇਹ ਦਿੱਤੀ ਹੋਈ ਜ਼ਿੰਦਗੀ, ਗੁਰੂ ਦੇ ਦਿੱਤੇ ਹੋਏ ਸੁੱਖ, ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਇੱਕ ਪ੍ਰਕਾਰ ਦਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ
ਅੰਮ੍ਰਿਤਸਰ ਦੀ ਧਰਤੀ ਤੇ ਹੋਇਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਸਾਹਿਬ ਜੀ ਨੂੰ ਖਬਰ ਪਹੁੰਚਾਈ ਗਈ। ਆਪ ਜੀ ਹਰਿਮੰਦਰ ਸਾਹਿਬ ਕੀਰਤਨ ਸਰਵਣ ਕਰ ਰਹੇ ਨੇ ਤੇ ਜਦੋਂ ਭੋਗ ਪਿਆ ਗੁਰੂ ਸਾਹਿਬ ਜੀ ਚੱਲ ਕੇ ਮਹਿਲਾਂ ਵਿੱਚ ਆਏ ਨੇ। ਆ ਕੇ ਇਸ ਨਵ ਜਨਮੇ ਬੱਚੇ ਦੇ ਜਦੋਂ ਦਰਸ਼ਨ ਕੀਤੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਸੀਸ ਝੁਕਾ ਦਿੱਤਾ। ਉਸ ਵੇਲੇ ਦੇ ਜਿਹੜੇ ਸਿੱਖ ਸਨ ਉਹ ਬੜੇ ਸੁਚੇਤ ਸਨ। ਭਾਈ ਬਿਧੀ ਚੰਦ ਆਦਿ ਗੁਰੂ ਕੇ ਸੇਵਕ ਪੁੱਛਿਆ, ਸਤਿਗੁਰੂ ਜੀ ਤੁਹਾਨੂੰ ਸਾਰੀ ਦੁਨੀਆ ਆ ਕੇ ਮੱਥਾ ਟੇਕਦੀ ਹੈ, ਤੁਸੀਂ ਇੱਕ ਛੋਟੇ ਜਿਹੇ ਬਾਲਕ ਨੂੰ ਸਿਰ ਝੁਕਾਇਆ ਹੈ, ਇਹਦਾ ਕੀ ਕਾਰਨ ਹੈ? ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਬਚਨ ਕਹੇ ਸਨ, ਇੱਕ ਬਚਨ ਇਹ ਕਿਹਾ, ਤਨ ਰੱਛਾ ਸੰਕਟ ਹਰੈ, ਤੇ ਦੂਜਾ ਬਚਨ ਕਿਹਾ, ਇਹ ਨਿਰਭੈ ਜਰ ਤੁਰਕ ਉਖੇਰੀ। ਇਹ ਨਿਰਭੈ ਯੋਧਾ ਹੋਵੇਗਾ ਤੇ ਤੁਰਕਾਂ ਦੀਆਂ ਜੜ੍ਹਾਂ ਪੁੱਟਣ ਦਾ ਕਾਰਨ ਬਣੇਗਾ। ਇਹ ਦੂਜਿਆਂ ਦੀ ਰੱਖਿਆ ਕਰਨ ਵਾਲਾ ਹੋਵੇਗਾ, ਸੰਕਟ ਦੂਰ ਕਰਨ ਵਾਲਾ ਹੋਵੇਗਾ। ਅੱਗੇ ਜੋ ਇਹਦੇ ਘਰ ਸਾਹਿਬਜ਼ਾਦਾ ਹੋਵੇਗਾ ਉਹ ਮਹਾਨ ਕੁਰਬਾਨੀ ਕਰੇਗਾ। ਹਿੰਦੁਸਤਾਨ ਨੂੰ ਜੋ ਗੁਲਾਮ ਬਣਿਆ ਹੋਇਆ ਕਈ ਸਮੇਂ ਤੋਂ, ਉਹਨੂੰ ਆਜ਼ਾਦ ਕਰਾਏਗਾ। ਐਵੇਂ ਨਹੀਂ ਇਹਨੂੰ ਮੱਥਾ ਟੇਕਿਆ, ਇਹਦੀ ਅਜ਼ਮਤ ਦੇਖ ਕੇ ਇਹਦੇ ਅੱਗੇ ਸੀਸ ਝੁਕਾਇਆ ਹੈ। ਬੜੇ ਪਿਆਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਲਣਾ ਹੋ ਰਹੀ ਹੈ, ਕਿਉਂਕਿ ਆਪ ਜੀ ਦੇ 4 ਭਰਾ ਵੱਡੇ ਪਹਿਲਾਂ ਮੌਜੂਦ ਹਨ। ਇੱਕ ਆਪ ਜੀ ਦੀ ਭੈਣ ਹੈ। ਭਰਾਵਾਂ ਦੀ ਜਦੋਂ ਗੱਲ ਕਰੀਏ, ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ। ਸੂਰਜਮਲ ਜੀ, ਅਣੀ ਰਾਏ ਜੀ, ਫਿਰ ਨੇ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ। ਬੀਬੀ ਵੀਰੋ ਜੀ, ਜਿਨ੍ਹਾਂ ਦਾ ਆਨੰਦ ਕਾਰਜ ਝਬਾਲ ਵਿਖੇ ਜਾ ਕੇ ਕੀਤਾ ਗਿਆ ਸੀ, ਕਿਉਂਕਿ ਫੌਜਾਂ ਚੜ ਕੇ ਆ ਗਈਆਂ ਸਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਵਿਦਿਆ ਦੀ ਸਿਖਲਾਈ ਦਿੱਤੀ ਗਈ, ਉੱਥੇ ਫਿਰ ਸ਼ਾਸਤਰ ਵਿਦਿਆ ਦੀ ਸਿਖਲਾਈ ਭਾਈ ਜੇਠਾ ਜੀ ਨੇ ਗੁਰੂ ਜੀ ਦੇ ਹੁਕਮ ਦੇ ਨਾਲ ਕਰਵਾਈ। ਇਹ ਭਾਈ ਜੇਠਾ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਵਿੱਚ ਹੀ ਹਜ਼ੂਰੀ ਵਿੱਚ ਰਹਿਣ ਵਾਲੇ ਸਿੱਖ ਸਨ। ਭਾਈ ਬਿਧੀ ਚੰਦ ਜੀ, ਭਾਈ ਲੰਗਾ ਜੀ, ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੋਂ ਹੀ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਉਹਨਾਂ ਦੇ ਜੀਵਨ ਵਿੱਚ ਇੱਕ ਸਾਖੀ ਆਪ ਸਾਰਿਆਂ ਨੇ ਸਰਵਣ ਕੀਤੀ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ, ਆਨੰਦ ਕਾਰਜ ਹੈ। ਆਪ ਜੀ ਨੂੰ ਬੜੇ ਸੋਹਣੇ ਵਸਤਰ ਪਾਏ ਗਏ ਔਰ ਹੱਥਾਂ ਵਿੱਚ ਬਾਹਾਂ ਵਿੱਚ ਕੰਗਣ ਪਾਏ ਗਏ ਸੋਨੇ ਦੇ। ਆਪ ਜੀ ਜਦੋਂ ਬਰਾਤ ਅਜੇ ਤੁਰੀ ਨਹੀਂ ਹੈ, ਬਾਹਰ ਨਿਕਲੇ ਨਹੀਂ, ਕੀ ਦੇਖਿਆ? ਇੱਕ ਬੱਚਾ ਜਿਹੜਾ ਉਹ ਨੰਗੇ ਪਿੰਡੇ ਖੜਾ ਹੈ। ਉਹਦੇ ਕੋਲ ਗਏ ਨੇ, ਉਹਨੂੰ ਪੁੱਛਿਆ, ਕਹਿਣ ਲੱਗੇ, ਮਿੱਤਰਾ, ਤੇਰੀ ਮਾਂ ਨੇ ਤੈਨੂੰ ਪੋਸ਼ਾਕ ਪਾ ਕੇ ਕਿਉਂ ਨਹੀਂ ਭੇਜਿਆ? ਉਹ ਕਹਿਣ ਲੱਗਾ, ਕਿਹੜੀ ਮਾਂ ਦਾ ਦਿਲ ਕਰਦਾ ਹੈ ਕਿ ਮੇਰਾ ਬੱਚਾ ਨੰਗੇ ਤਨ ਰਵੇ? ਅਸਲ ਵਿੱਚ ਗਰੀਬੀ ਅੱਤਦੀ ਹੈ, ਮਾਤਾ ਪਿਤਾ ਦਾ ਕੋਈ ਕਸੂਰ ਨਹੀਂ। ਜਿਹੜੀ ਆਪਣੇ ਤਨ ਤੇ ਪੋਸ਼ਾਕ ਸੀ, ਜਿਹੜਾ ਆਪਣੇ ਤਨ ਦੇ ਉੱਤੇ ਚੋਲਾ ਸੀ, ਉਹ ਲਾਹ ਕੇ ਉਸ ਬੱਚੇ ਨੂੰ ਪਹਿਨਾ ਕੇ ਕੰਗਣ ਵੀ ਦੇ ਕੇ ਜਦੋਂ ਵਾਪਸ ਆਏ ਤੇ ਮਾਤਾ ਪੁੱਛਦੀ ਹੈ, ਮਾਤਾ ਨਾਨਕੀ ਜੀ ਕਹਿੰਦੇ ਵੀ ਬੇਟਾ ਵਸਤਰ ਕਿੱਥੇ ਲਾ ਕੇ ਰੱਖ ਆਏ ਹੋ? ਸਾਰੀ ਗੱਲ ਦੱਸੀ।
ਕਹਿੰਦੇ ਮਾਂ ਮੈਨੂੰ ਕਿਸੇ ਤੋਂ ਨਗਨ ਨਹੀਂ ਦੇਖਿਆ ਜਾ ਸਕਦਾ। ਕੋਈ ਨੰਗਾ ਹੋਵੇ ਵਸਤਰ ਨਾ ਪਾਏ ਹੁਣ ਮੈਂ ਨਹੀਂ ਵੇਖ ਸਕਦਾ। ਮੈਂ ਜਦੋਂ ਉਹਨੂੰ ਪੁੱਛਿਆ ਉਹਨੇ ਸਾਰੀ ਗੱਲ ਦੱਸੀ ਹੈ। ਮਾਂ ਉਹਨੂੰ ਵਸਤਰ ਕੋਈ ਲੈ ਕੇ ਦੇਣ ਵਾਲਾ ਨਹੀਂ, ਘਰ ਅੱਤ ਦੀ ਗਰੀਬੀ ਹੈ। ਮੈਂ ਵਸਤਰ ਵੀ ਤੇ ਕੰਗਣ ਵੀ ਉਸ ਬੱਚੇ ਨੂੰ ਦੇ ਆਇਆ, ਮੈਨੂੰ ਤੇ ਤੂੰ ਹੋਰ ਪਾ ਦੇਂਗੀ। ਕਿਸੇ ਨੇ ਉਸ ਵੇਲੇ ਅੰਦਾਜ਼ਾ ਲਗਾਇਆ ਹੋਵੇਗਾ ਕਿ ਜਿਹੜਾ ਅੱਜ ਤਨ ਨੰਗਾ ਦੇ ਕੇ ਆਪਣਾ ਪੋਸ਼ਾਕਾ ਲਾ ਕੇ ਦੇਣ ਨੂੰ ਤਿਆਰ ਹੋ ਗਿਆ, ਕੱਲ ਨੂੰ ਇੱਕ ਸਮਾਂ ਆਏਗਾ ਜਦੋਂ ਹਿੰਦੁਸਤਾਨ ਦੀ ਪੱਤ ਢੱਕਣ ਵਾਸਤੇ ਆਪਣਾ ਆਪਾ ਹੀ ਕੁਰਬਾਨ ਕਰ ਦੇਗਾ। ਤੁਲਸੀਦਾਸ ਜੀ ਨੇ ਬਚਨ ਲਿਖੇ ਨੇ, ਉਹ ਕਹਿੰਦੇ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਜ ਰਹੇ, ਕਾਹੇ ਗਵਾਵੇਂ ਨੂਰ। ਉਹ ਕਹਿੰਦੇ ਮਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਬੱਚੇ ਨੂੰ ਜਨਮ ਦੇਣ ਵਾਲੀ ਮਾਂ, ਤੂੰ ਅਰਦਾਸ ਕਰ ਕਿ ਤੇਰੀ ਕੁੱਖ ਤੋਂ ਜਿਹੜਾ ਬੱਚਾ ਹੋਵੇ ਜਾਂ ਤੇ ਭਗਤ ਹੋਵੇ ਜਾਂ ਦਾਤਾ ਹੋਵੇ ਤੇ ਜਾਂ ਫਿਰ ਸੂਰਮਾ ਹੋਵੇ। ਜੇ ਐਸਾ ਨਹੀਂ ਤੇ ਆਪਣਾ ਨੂਰ ਕਿਉਂ ਵਿਅਰਥ ਗਵਾਉਣੀ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਵੱਲ ਝਾਤ ਮਾਰੀਏ, ਆਪ ਜੀ ਭਗਤ ਵੀ ਹਨ, ਆਪ ਜੀ ਦਾਤੇ ਵੀ ਹਨ ਤੇ ਆਪ ਜੀ ਸੂਰਮੇ ਵੀ ਹਨ। ਬਕਾਲਾ ਨਗਰ ਦੇ ਵਿੱਚ ਰਹਿ ਕੇ ਬਹੁਤ ਲੰਬਾ ਸਮਾਂ ਆਪ ਜੀ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ। ਆਪ ਜੀ ਭਗਤ ਹਨ। ਕਰਤਾਰਪੁਰ ਦੀ ਜੰਗ ਵਿੱਚ ਤਲਵਾਰ ਦੇ ਜ਼ੋਰ ਦਿਖਾਏ, ਆਪ ਜੀ ਸੂਰਮੇ ਹਨ ਤੇ ਆਪ ਜੀ ਨੇ ਹਿੰਦੁਸਤਾਨ ਵਾਸਤੇ ਆਪਣਾ ਆਪਾ ਹੀ ਵਾਰ ਦਿੱਤਾ। ਆਪ ਜੀ ਬਹੁਤ ਵੱਡੇ ਦਾਤੇ ਹਨ। ਦਾਤਾਂ ਤੇ ਹਰ ਕੋਈ ਵੰਡ ਲੈਂਦਾ ਹੈ, ਮਨੁੱਖ ਵੀ ਵੰਡ ਲੈਂਦੇ ਉਹਦੇ ਕੋਲ ਹੋਣ, ਪਰ ਆਪਣਾ ਆਪਾ ਵਾਰ ਦੇਣਾ ਤਿਲਕ ਜੰਜੂ ਦੀ ਰੱਖਿਆ ਵਾਸਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹਿੱਸੇ ਆਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਵਿਆਹ ਆਨੰਦ ਕਾਰਜ 1632 ਦੇ ਵਿੱਚ ਹੋਇਆ ਹੈ, ਔਰ ਉਸ ਤੋਂ ਪਹਿਲਾਂ ਜਦੋਂ ਸੂਰਜ ਮੱਲ ਦਾ ਵਿਆਹ ਸੀ ਨਾ, ਆਪ ਜੀ ਦੇ ਭਰਾ ਦਾ ਵਿਆਹ, ਉਥੇ ਜਦੋਂ ਮਾਂ ਗੋਜਰੀ ਜੀ ਦੇ ਮਾਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵੇਖਿਆ, ਉਥੇ ਪਸੰਦ ਕਰਕੇ ਤੇ ਰਿਸ਼ਤਾ ਪੱਕਾ ਕਰ ਦਿੱਤਾ ਸੀ। ਗੱਲਬਾਤ ਉਥੇ ਹੋ ਗਈ ਜਿਹਨੂੰ ਆਪਾਂ ਅੱਜ ਦੇ ਸਮੇਂ 'ਚ ਕਹਿੰਦੇ ਰੋਕਾ ਕਰ ਲਿਆ। ਫਿਰ ਸਮਾਂ ਆਇਆ, ਵਿਆਹ ਆਨੰਦ ਕਾਰਜ ਹੋਇਆ। ਕਈ ਇਤਿਹਾਸਕਾਰ ਲਿਖਦੇ ਨੇ ਆਪ ਜੀ ਦਾ ਪਹਿਲਾ ਨਾਂ ਜਿਹੜਾ ਸੀ ਉਹ ਸੀ ਤਿਆਗ ਮੱਲ, ਤੇ ਜਦੋਂ ਤੇਗ ਦੇ ਜੌਹਰ ਦਿਖਾਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਤਿਆਗ ਮੱਲ ਨਹੀਂ, ਤੁਸੀਂ ਤੇ ਤੇਗ ਬਹਾਦਰ ਹੋ। ਇਹ ਕਰਤਾਰਪੁਰ ਦੀ ਜੰਗ ਦੇ ਵਿੱਚ 4 ਜੰਗਾਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ, ਤੇ ਚਾਰੇ ਗੁਰੂ ਘਰ ਨੇ ਜਿੱਤੀਆਂ। ਕਿਸੇ ਉੱਤੇ ਹਮਲਾ ਨਹੀਂ ਕੀਤਾ, ਆਏ ਹੋਏ ਹਮਲਾਵਰ ਨੂੰ ਜ਼ਰੂਰ ਜਵਾਬ ਦਿੱਤਾ। ਉਹਨਾਂ 4 ਜੰਗਾਂ ਵਿੱਚੋਂ ਆਖਰੀ ਜੰਗ ਸੀ ਜਿਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੱਸਾ ਲਿਆ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਕੀਰਤਪੁਰ ਦੀ ਧਰਤੀ ਤੇ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਔਰ ਮਾਤਾ ਨਾਨਕੀ ਜੀ ਨੂੰ ਔਰ ਮਾਤਾ ਗੋਜਰੀ ਜੀ ਨੂੰ ਆਪ ਜੀ ਨੇ ਬਾਬਾ ਬਕਾਲਾ ਨਗਰ ਵਿਖੇ ਭੇਜ ਦਿੱਤਾ ਹੈ, ਜਿੱਥੇ ਰਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਭਗਤੀ ਕੀਤੀ ਹੈ। ਉਧਰ 1644 ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਦਿੱਤੀ। ਦੇਖੋ ਤਖਤ ਰਾਜਾ ਸੋ ਬਹੇ ਜੋ ਤਖਤੇ ਲਾਇਕ ਹੋਈ। 3 ਪੁੱਤਰ ਮੌਜੂਦ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ। 2 ਪੁੱਤਰ ਜਿਹੜੇ ਨੇ ਉਹ ਪਰਲੋਕ ਗਮਨ ਕਰ ਚੁੱਕੇ ਨੇ। ਕਾਰਨ ਇੱਕੋ ਹੀ ਬਣਿਆ ਦੋਵਾਂ ਦਾ।
बाबा मोड़ नूं बाबा अटल ने जिंदा कर दिता है, मरे हुए नूं जिंदा कर दिता है। गुरु ने आख्या जां तुसीं संसार ते रहो जां असीं रहने आ। कौल सर सरोवर के किनारे लम्मे पै के उत्ते कपड़ा लैके प्राण त्याग गए ने। बाबा गुरदिता जी ने मरी हुई गां जिंदा की कीरतपुर की धरती ते। गुरु हरगोबिंद साहब महाराज ने फिर वही वचन किए, जां तुसीं संसार ते रहोगे जां असीं रवांगे। पहाड़ की चोटी उत्ते चढ़ के बुढ़न शाह फकीर दी जिथे यादगार बनी हुई है उहदे तो उपर वाल नूं जदों जाने आपां उत्थे स्थान बने, उथे बाबा गुरदिता जी ने अपने प्राण त्याग दिते। तीन पुत्र अजे गुरु साहब जी दे कोल हन। सूरज मल जी हन, अनी राय जी ते धन श्री गुरु तेग बहादुर साहब जी। तीन पुत्रां दे होंदियां होया गुरता गद्दी गुरु हर राय साहब महाराज नूं दित्ती, जो बाबा गुरदिता जी दे सुपुत्र ते गुरु हरगोबिंद साहब महाराज दे पोतरे सन। माता नानकी ने कहा सी कि तुसी गद्दी पोतरे नूं दे दित्ती, मेरे पुत्र बारे की सोचिया जी? वो भोला है, वो मसंदा दे नाल ज्यादा मेल जोल नहीं करता। उस वेले गुरु हरगोबिंद साहब महाराज ने कहा सी, नानकी तेरे घर नूं भाग लगेगा। वो समा आएगा जदों तू पोतरे दा मुंह भी देखेगी। एक कटार दिती, आख्या साडे पोतरे नूं दई। एक रमाल दिता, आख्या ये मेरे पुत्र नूं दई। एक पोथी दिती गुरबाणी दी, आख्या ये मेरी नौं नूं दी। उस पोथी तो माता गोजरी जी गुरबाणी पढ़ते रहे, पाठ करते रहे। और रमाल कहते चादर का रूप धारण कर गया ते सारे संसार की पत ढक लई गुरु तेग बहादुर साहब महाराज ने। ज्यादातर शब्दों के विच तेग बहादुर हिंद की चादर कह के सन्मानिया जाता है। कहते प्रगट भै श्री तेग बहादुर, सगल श्रिष्ट पै ढाबी चादर। उन्हां सारी श्रिष्टि नूं ही मान बख्शिया। गुरु तेग बहादुर साहब महाराज जी बकाले नगर दे विच परमात्मा की भगती कर रहे ने ते माता गोजरी जी उन्हां दी सेवा विच रह के सेवा निभा रहे ने। इधर 7वें पातशाह गुरता गद्दी ते बैठे, उन्हां तो बाद 8वें पातशाह गुरता गद्दी ते बराजे। ते एक समा आया दिल्ली वासियां दा सारा रोग अपने उत्ते लैके गुरु हरकृष्ण साहब महाराज जी ज्योति जो समाउंदे ने। और ज्योति जो समाउण तो पहला बचन कर जाते ने, कहते बाबा बसे जे ग्राम बकाले, बान गुरु सब संगत संभाले। जेड़ा हुण गुरता गद्दी दा वारस होएगा वो बकाले नगर दे विच रहिंदा है ते रिश्ते विच साडा बाबा लगदा है। दादा जी दे भरा सन। गुरु हरकृष्ण साहब महाराज जी दे दादा जी सन बाबा गुरदिता जी, ते बाबा गुरदिता जी दे छोटे भरा हन धन श्री गुरु तेग बहादुर साहब जी। दादे दा भरा भी बाबा ही लगदा है। इशारा दे दिता, आप जी ज्योति जो समा गए। उधर बकाला नगर दे विच 22 मंजियां लागियां ने। इधर बाबा मखण शाह लबाणा ने अरदास की, ओदा जहाज फस गया समुद्र दे विच। उन्हें अरदास की, गुरु नानक देव जी आप जी कृपा करो, मेरा बेड़ा बन्ने लाओ ते मैं 500 मोर गुरु दरबार विच भेटा करांगा। उस समय दी 500 मोर जदों टुटी कौडी भी चलदी हुंदी सी, टुटी कौडी दे के सौदा लै आउंदे सन साडे वड्डे वडेरे। टुटी कौडी तो अगे फिर साबत कौडी ते फिर अगे पैसा शुरू हुंदा सी। उन्हां समयां विच 500 रुपया बहुत वड्डी कीमत सी। गुरु ने बेड़ा बन्ने लाया बाबा मखण शाह लबाणा दा, ते बाबा मखण शाह जी नूं पता लगा
ਜਦੋਂ ਉਹ ਤੁਰਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਹਨ, ਜਦੋਂ ਇੱਥੇ ਆਇਆ ਤੇ ਦੱਸਿਆ ਗਿਆ ਕਿ ਆਪ ਜੀ ਜੋਤੀ ਜੋਤ ਸਮਾ ਕੇ ਹੁਕਮ ਕਰ ਗਏ ਕਿ ਗੁਰਤਾ ਗੱਦੀ ਦਾ ਵਾਰਸ ਬਾਬੇ ਬਕਾਲੇ ਵਿੱਚ ਹੈ। ਉਦੋਂ ਨਗਰ ਦਾ ਨਾਂ ਸੀ ਕੱਲਾ ਬਕਾਲਾ, ਤੇ ਜਦੋਂ ਕਿਹਾ ਨਾ ਬਾਬਾ ਬਸੇ ਜੇ ਗ੍ਰਾਮ ਬਕਾਲੇ, ਫਿਰ ਬਾਬਾ ਸ਼ਬਦ ਉਦੋਂ ਬਾਅਦ ਨਾਲ ਜੁੜਿਆ ਹੈ। ਬਕਾਲਾ ਤੋਂ ਫਿਰ ਬਾਬਾ ਬਕਾਲਾ ਹੋ ਗਿਆ। ਔਰ ਬਾਬਾ ਮੱਖਣ ਸ਼ਾਹ ਲਵਾਣਾ ਫਿਰ ਪੰਜਾਬ ਦੀ ਧਰਤੀ ਨੂੰ ਗਿਆ ਤੇ ਬਕਾਲੇ ਨਗਰ ਪਹੁੰਚ ਕੇ ਉਹਨੇ ਵੇਖਿਆ ਵੀ ਇੱਥੇ ਤਾਂ 22 ਗੁਰੂ ਬਣ ਕੇ ਬੈਠੇ ਹੋਏ ਨੇ। ਸਾਰਿਆਂ ਨੇ ਆਪਣੇ ਆਪਣੇ ਨਾਲ ਮਸੰਦ ਰੱਖੇ ਹੋਏ ਨੇ, ਆਪਣੇ ਆਪਣੇ ਪੀਏ ਰੱਖੇ ਹੋਏ ਨੇ ਜਿਹੜੇ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ। ਹੁਣ ਇੱਕ ਬੰਦਾ ਮੱਥਾ ਟੇਕਣ ਗਿਆ ਹੈ, ਉਹਨੂੰ 22 ਜਾਣੇ ਆ ਕੇ ਕਹਿਣ ਵੀ ਨਹੀਂ ਸੱਚਾ ਗੁਰੂ ਇੱਧਰ ਹੈ, ਉੱਥੇ ਮੱਥਾ ਟੇਕੋ, ਦੂਜਾ ਕਵੇ ਇੱਧਰ ਹੈ, ਤੇ ਫਿਰ ਕੀ ਹੋਏਗਾ? ਉਹ ਬੰਦਾ ਸੋਚੇਗਾ ਵੀ ਮੱਥਾ ਟੇਕਾਂ ਕਿੱਥੇ ਮੈਂ? ਇਹ 22 ਜਾਣੇ ਮੈਨੂੰ 22 ਰਸਤਿਆਂ ਵੱਲ ਨੂੰ ਖਿੱਚ ਰਹੇ ਨੇ। ਤੇ ਸੰਗਤਾਂ ਜਿਹੜੀਆਂ ਬੜੇ ਪਰੇਸ਼ਾਨ ਹੋ ਜਾਂਦੀਆਂ ਸੀ ਤੇ ਬਾਬਾ ਮੱਖਣ ਸ਼ਾਹ ਲਵਾਣਾ ਨੇ ਆਪਣੇ ਮਨ ਦੀ ਜੁਗਤੀ ਅਪਣਾਈ। ਉਹਨਾਂ ਨੇ ਆਖਿਆ ਵੀ ਅਸੀਂ ਸਾਰਿਆਂ ਨੂੰ ਮੱਥਾ ਟੇਕਾਂਗੇ। ਦੋ ਦੋ ਮੋਹਰਾਂ ਰੱਖ ਕੇ ਸਾਰਿਆਂ ਨੂੰ ਮੱਥਾ ਟੇਕੀ ਗਏ ਤੇ ਨਾਲੇ ਅਰਦਾਸ ਕਰੀ ਗਏ, ਸੱਚਾ ਗੁਰੂ ਮੇਰੇ ਮਨ ਦੀ ਗੱਲ ਬੁੱਝ ਲਵੇ, ਮੈਨੂੰ ਦੱਸ ਦਵੇ ਕਿ ਮੱਖਣ ਸ਼ਾਹ ਤੁਸੀਂ ਬਕਾਲੇ ਨਗਰ ਵਿੱਚ ਕਿਉਂ ਆਏ ਹੋ, ਕੀ ਕਾਰਨ ਹੈ, ਤੇ ਆਪਣੀ ਭੇਟਾ ਲੈ ਲਵੇ। ਹੁਣ ਜਿਹੜੇ ਝੂਠੇ ਸਨ, ਜਿਹੜੇ ਕੇਵਲ ਢੌਂਗ ਰੱਜ ਕੇ ਬੈਠੇ ਹੋਏ ਸਨ, ਉਹਨਾਂ ਤੋਂ ਕਿਵੇਂ ਦੱਸਿਆ ਜਾ ਸਕਦਾ ਸੀ? ਕਿਸੇ ਤੋਂ ਮਨ ਦੀ ਗੱਲ ਨਹੀਂ ਬੁੱਝੀ ਗਈ। ਅਖੀਰ ਬਾਬਾ ਮੱਖਣ ਸ਼ਾਹ ਲਵਾਣਾ ਨੇ ਪੁੱਛਿਆ ਬਕਾਲਾ ਨਗਰ ਦੇ ਵਾਸੀਆਂ ਨੂੰ ਵੀ ਕੋਈ ਹੋਰ ਵੀ ਸੋਢੀ ਹੈਗਾ ਇੱਥੇ? ਤੇ ਉਹਨਾਂ ਦੱਸਿਆ ਵੀ ਸਭ ਤੋਂ ਪੁਰਾਣਾ ਤੇ ਇੱਕ ਹੀ ਹੈ। ਉਹ ਜ਼ਿਆਦਾ ਬਾਹਰ ਨਹੀਂ ਆਉਂਦਾ, ਉਹ ਅੰਦਰੇ ਬੈਠਾ ਰਹਿੰਦਾ ਹੈ, ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਜਦੋਂ ਬਾਬਾ ਮੱਖਣ ਸ਼ਾਹ ਲਵਾਣਾ ਉਸ ਘਰ ਵਿੱਚ ਗਏ ਜਿੱਥੇ ਅੱਜ ਗੁਰਦੁਆਰਾ ਬਣਿਆ ਹੋਇਆ ਹੈ, ਪਹਿਲਾਂ ਮਾਤਾ ਨਾਨਕੀ ਜੀ ਤੋਂ ਆਗਿਆ ਲਈ, ਕਹਿਣ ਲੱਗੇ ਮੈਂ ਦਰਸ਼ਨ ਕਰਨੇ ਨੇ। ਆਗਿਆ ਮਿਲ ਗਈ। ਅੰਦਰ ਜਾ ਕੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਜਦੋਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਬਾ ਮੱਖਣ ਸ਼ਾਹ ਲਵਾਣਾ ਵੱਲ ਦੇਖਿਆ, ਕਹਿਣ ਲੱਗੇ ਮੱਖਣ ਸ਼ਾਹ ਸੁਖੀਆਂ ਤੇ 500 ਸਨ ਤੇ ਹੁਣ ਕੇਵਲ 2 ਹੀ ਭੇਡਾਂ ਰੱਖੀਆਂ ਨੇ। ਤੇ ਮੋਢੇ ਉੱਤੇ ਉਹ ਜਹਾਜ਼ ਦੇ ਖੁੱਬੇ ਹੋਏ ਕਿੱਲ ਦਾ ਨਿਸ਼ਾਨ ਵੀ ਦਿਖਾ ਦਿੱਤਾ। ਆਖਿਆ ਮੋਢਾ ਲਾ ਕੇ ਤੇਰਾ ਬੇੜਾ ਬੰਨੇ ਲਾਇਆ ਹੈ। ਗੁਰੂ ਘਰ ਦੇ ਵਿੱਚ ਮਾਇਆ ਦੀ ਕੋਈ ਕਮੀ ਨਹੀਂ, ਮਾਇਆ ਤੇ ਦਾਸੀ ਹੈ, ਕੋਈ ਕਮੀ ਨਹੀਂ ਹੈ। ਪਰ ਜਿਹੜਾ ਵਾਅਦਾ ਗੁਰੂ ਨਾਨਕ ਦੇ ਘਰ ਦੇ ਨਾਲ ਕੀਤਾ ਸੀ ਨਾ, ਉਹ ਤੈਨੂੰ ਪੂਰਾ ਕਰਨਾ ਚਾਹੀਦਾ ਸੀ। ਤੂੰ 2 ਹੀ ਮੋਹਰਾਂ ਰੱਖੀਆਂ, ਸੁਖੀਆਂ ਤੇ 500 ਸਨ। ਬਾਬਾ ਮੱਖਣ ਸ਼ਾਹ ਦੇ ਕੋਲ ਉਸ ਵੇਲੇ ਕੋਲ ਜਿੰਨੇ ਵੀ ਪੈਸੇ ਸਨ, ਉਹ ਸਾਰੇ ਗੁਰੂ ਦੇ ਅੱਗੇ ਅਰਪਣ ਕਰ ਦਿੱਤੇ। ਬਾਕੀ ਖਜ਼ਾਨਾ ਹੋਰ ਵੀ ਸੀ, ਖਜ਼ਾਨਜੀ ਦੇ ਕੋਲ ਸੀ। ਤੇ ਚੜ ਕੇ ਉੱਚੇ ਮਹੱਲ ਦੇ ਉੱਤੇ ਤੇ ਉਹਨੇ ਆਖਿਆ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਪੂਰਾ ਗੁਰੂ ਅਸੀਂ ਲੱਭ ਲਿਆ। ਬਕਾਲਾ ਨਗਰ ਦੇ ਵਾਸੀਆਂ ਨੂੰ ਦਵਾਈ ਦੇ ਕੇ ਆਖਿਆ ਕਿ ਪੂਰਾ ਗੁਰੂ ਲੱਭ ਲਿਆ। ਹੁਣ ਬਕਾਲਾ ਨਗਰ ਦੇ ਸਾਰੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਔਰ ਭੇਟਾਵਾਂ ਦੇ ਅੰਬਾਰ ਲੱਗ ਗਏ। ਬਹੁਤ ਸਾਰੀ ਮਾਇਆ ਇਕੱਠੀ ਹੋ ਗਈ। ਹੁਣ ਜਿਹੜਾ ਧੀਰ ਮੱਲ ਹੈ ਇਹਦੇ ਤੋਂ ਜਰਿਆ ਨਹੀਂ ਗਿਆ। ਇਹਨੇ ਆਪਣੇ ਮਸੰਦ ਸ਼ੀਂਹ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਤੇ ਵਾਰ ਕਰਾਇਆ। ਬੰਦੂਕ ਦਾ ਗੋਲੀ ਮੱਥੇ ਨੂੰ ਛੂਹ ਕੇ ਚਲੇ ਗਈ। ਉਸ ਵੇਲੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰ ਕੌਰ ਨੇ ਬੜੀ ਝਾੜ ਪਾਈ
ਤੇ ਜਿਹੜਾ ਧੀਰ ਮੱਲ ਹੈ ਸੀਏ ਮਛੰਦ ਦੇ ਰਾਹੀਂ ਸਾਰੇ ਪੈਸੇ ਲੁੱਟ ਕੇ ਲੈ ਗਿਆ ਸੀ। ਬਾਬਾ ਮੱਖਣ ਸ਼ਾਹ ਲਬਾਣਾ ਨੂੰ ਪਤਾ ਲੱਗਾ, ਉਹਨਾਂ ਨੇ ਸਾਰਾ ਕੁਝ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਜੋ ਬੀੜ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰਾ ਕੁਝ ਵਾਪਸ ਲੈ ਆਂਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਿਮਰਤਾ ਦੇ ਪੁੰਜ ਕਹਿਣ ਲੱਗੇ, ਬਾਬਾ ਮੱਖਣ ਸ਼ਾਹ ਜੀ ਨੂੰ ਤੁਸੀਂ ਚੰਗਾ ਨਹੀਂ ਕੀਤਾ। ਜੇ ਤੁਸੀਂ ਇਦਾਂ ਹੀ ਕਰਨਾ ਸੀ ਫਿਰ ਤੁਹਾਡੇ ਵਿੱਚ ਤੇ ਧੀਰ ਮੱਲ ਵਿੱਚ ਫਰਕ ਕੀ ਰਹਿ ਗਿਆ? ਜਾਓ ਉਹਨਾਂ ਨੂੰ ਮਾਇਆ ਵੀ ਦੇ ਕੇ ਆਓ ਤੇ ਬੀੜ ਸਾਹਿਬ ਵੀ ਦੇ ਕੇ ਆਓ। ਇਥੋਂ ਫਿਰ ਗੁਰੂ ਸਾਹਿਬ ਜੀ ਚੱਲਦੇ ਚੱਲਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ। ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਮਸੰਦਾਂ ਨੂੰ ਪਤਾ ਲੱਗਾ, ਉਹਨਾਂ ਨੇ ਦਰਵਾਜ਼ੇ ਬੰਦ ਕਰਕੇ ਤੇ ਆਪਣੇ ਘਰਾਂ ਵਿੱਚ ਜਾ ਕੇ ਬੈਠਣਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਬਾਹਰ ਇੱਕ ਥੜੇ ਤੇ ਬੈਠ ਕੇ ਇੰਤਜ਼ਾਰ ਕਰਕੇ ਉੱਥੋਂ ਅੱਗੇ ਚੱਲਦੇ ਨੇ। ਪਿੰਡ ਬੱਲੇ ਦੀ ਸੰਗਤ ਉਹਨਾਂ ਨੂੰ ਬੱਲੇ ਪਿੰਡ ਲੈ ਜਾਂਦੀ ਹੈ, ਜਿੱਥੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਜਦੋਂ ਭੈਣਾਂ ਬੱਚੀਆਂ ਮਾਈਆਂ ਨੇ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਆਖਿਆ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਇੱਥੇ ਬਾਬਾ ਮੱਖਣ ਸ਼ਾਹ ਲਬਾਣਾ ਨੂੰ ਛੱਡ ਕੇ ਸੰਨ ਕੇ ਜਦੋਂ ਦਰਵਾਜ਼ਾ ਖੁੱਲੇ ਕਿ ਆ ਸਾਡੀ ਭੇਟਾ ਅੰਦਰ ਅਰਪਣ ਕਰ ਦਿਓ ਜੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸਾਡੇ ਵੱਲੋਂ ਮੱਥਾ ਟੇਕਿਓ ਜੀ। ਜਦੋਂ ਉਹ ਆਏ ਤੇ ਸਾਰਾ ਕੁਝ ਜਦੋਂ ਭੇਟਾ ਵੀ ਕੀਤਾ ਤੇ ਨਾਲ ਬਾਬਾ ਮੱਖਣ ਸ਼ਾਹ ਲਬਾਣਾ ਨੇ ਉਹਨਾਂ ਨੂੰ ਝਾੜ ਪਾਈ। ਆਖਿਆ, ਗੁਰੂ ਬਾਹਰ ਬਹਿ ਕੇ ਚਲੇ ਗਿਆ, ਤੁਸੀਂ ਮਾਇਆ ਦੇ ਲਾਲਚ ਕਰਕੇ ਦਰਵਾਜ਼ਾ ਨਹੀਂ ਖੋਲਿਆ ਆ ਕੇ। ਹੁਣ ਵੀ ਸਮਾਂ ਹੈ, ਜਾ ਕੇ ਆਪਣੀ ਭੁੱਲ ਬਖਸ਼ਾ ਲਓ। ਉਹਦੇ ਨਾਲ ਫਿਰ ਬੱਲੇ ਨਗਰ ਦੇ ਵਿੱਚ ਮਸੰਦ ਆਏ ਸਨ, ਜਿੱਥੇ ਬਚਨ ਕੀਤੇ ਸਨ, ਨੈ ਮਸੰਦ ਤੁਮ ਅੰਮ੍ਰਿਤ ਸਰੀਏ ਕ੍ਰਿਸ਼ਨਾ ਗਨ ਕੇ ਅੰਤਰ ਸੜੀਏ। ਹੁਣ ਅਗਲੀ ਪੰਕਤੀ ਵੀ ਵਿਸਾਰ ਦਿੱਤੀ ਤੇ ਅੰਮ੍ਰਿਤ ਸਰੀਏ ਸ਼ਬਦ ਕੱਲਾ ਜਿਹੜਾ ਵਾ ਉਸ ਨੂੰ ਲੈ ਕੇ ਉਹਦੇ ਤੋਂ ਅੰਮ੍ਰਿਤ ਸਰੀਏ ਅੰਦਰ ਸੜੀਏ ਇਹ ਪੰਕਤੀ ਬਣਾ ਕੇ ਮਸ਼ਹੂਰ ਕੀਤੀ ਗਈ। ਇਹ ਸਾਰੇ ਅੰਮ੍ਰਿਤਸਰ ਵਾਸੀਆਂ ਦੇ ਵਾਸਤੇ ਨਹੀਂ ਸੀ, ਇਹ ਬਚਨ ਕੇਵਲ ਉਹਨਾਂ ਦੇ ਵਾਸਤੇ ਸੀ ਜਿਨ੍ਹਾਂ ਨੇ ਕੁਤਾਹੀ ਕੀਤੀ ਸੀ। ਉਹਨਾਂ ਨੂੰ ਆਖਿਆ ਸੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਨਿਭਾਉਣ ਦੇ ਯੋਗ ਨਹੀਂ ਹੋ, ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਹੋ। ਤੇ ਉਹਨਾਂ ਮਾਈਆਂ ਨੂੰ ਕਿਹਾ ਸੀ, ਮਾਈਆਂ ਰੱਬ ਰਜਾਈਆਂ ਤੇ ਰੱਜੇ ਹੋਏ ਮਨੁੱਖ ਨੂੰ ਗੁਰਬਾਣੀ ਦੇ ਵਿੱਚ ਕਿਹਾ ਜਿਹੜਾ ਤ੍ਰਿਸ਼ਨਾ ਦੇ ਅਧੀਨ ਨਾ ਹੋਵੇ, ਜਿਹਦੇ ਅੰਦਰ ਤ੍ਰਿਪਤੀ ਆਈ ਹੋਵੇ, ਉਹਨੂੰ ਆਖਿਆ ਇਹ ਰੱਜਿਆ ਹੈ। ਆਖਿਆ ਇਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ, ਇਹਨਾਂ ਦੇ ਅੰਦਰ ਤ੍ਰਿਪਤੀ ਹੈ। ਇਹ ਪ੍ਰਮਾਤਮਾ ਨੇ ਇਹਨਾਂ ਨੂੰ ਅੰਦਰ ਦਾ ਖੇੜਾ ਬਖਸ਼ਿਆ ਹੈ ਔਰ ਸੇਵਾ ਭਗਤੀ ਦੀ ਬਖਸ਼ਿਸ਼ ਕੀਤੀ ਹੈ। ਨਾਲ ਆਖਿਆ ਸੀ ਵੱਲਾ ਗੁਰੂ ਦਾ ਗੱਲਾ। ਫਿਰ ਗੁਰੂ ਸਾਹਿਬ ਜੀ ਥਾਂ ਥਾਂ ਤੇ ਤਾਰਦੇ ਹੋਏ ਪਹੁੰਚੇ ਸਨ ਕੀਰਤਪੁਰ ਦੀ ਧਰਤੀ ਤੇ ਉੱਥੇ ਰਾਜਾ ਦੀਪ ਸਿੰਘ ਜਿਹੜਾ ਸੀ, ਇਹ ਰਾਜੇ ਉਹ ਸਨ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 52 ਰਾਜਿਆਂ ਨੂੰ ਰਿਹਾ ਕਰਾਇਆ ਸੀ ਗਵਾਲੀਅਰ ਦੇ ਕਿਲੇ ਵਿੱਚੋਂ। ਉਹਨਾਂ ਵਿੱਚੋਂ ਇੱਕ ਰਾਜਾ ਦੀਪ ਚੰਦ ਜੋ ਤਾਰਾ ਚੰਦ ਦਾ ਬੇਟਾ ਸੀਗਾ। ਤਾਰਾ ਚੰਦ ਉਹਨਾਂ 52 ਰਾਜਿਆਂ ਵਿੱਚੋਂ ਇੱਕ ਰਾਜਾ ਸੀ। ਦੀਪ ਚੰਦ ਦੀ ਮੌਤ ਹੋ ਗਈ ਤੇ ਉਹਦੀ ਧਰਮ ਸਪਤਨੀ ਨੇ ਗੁਰੂ ਨੂੰ ਸੰਦੇਸ਼ਾ ਭੇਜਿਆ ਸੀ, ਕਿਉਂਕਿ ਉਦੋਂ ਤੋਂ ਇਹ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸਨ ਕਿ ਮੇਰੇ ਪਤੀ ਦੀ ਜੋ ਅੰਤਮ ਅਰਦਾਸ ਹੈ, ਅੰਤਮ ਕਿਰਿਆ ਹੈ, ਉਹਦੇ ਵਿੱਚ ਤੁਸੀਂ ਸ਼ਾਮਲ ਹੋਣਾ ਹੈ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜ਼ਮੀਨ ਪਸੰਦ ਆਈ ਤੇ ਰਾਣੀ ਨੇ ਖੁਸ਼ ਹੋ ਕੇ ਆਖਿਆ, ਇੱਕ ਪਿੰਡ ਹੀ ਮੈਂ ਤੁਹਾਨੂੰ ਦਾਨ ਕਰਦੀ ਹਾਂ। ਗੁਰੂ ਨੇ ਆਖਿਆ ਨਹੀਂ। ਸਮੇਂ ਨੂੰ ਵੇਖਦੇ ਹੋਏ ਆਖਿਆ, ਅਸੀਂ ਜਿੰਨੀ ਜ਼ਮੀਨ ਲਵਾਂਗੇ ਉਹਦਾ ਮੁੱਲ ਜ਼ਰੂਰ ਦੇਵਾਂਗੇ। ਮੁੱਲ ਦੇ ਕੇ ਜ਼ਮੀਨ ਖਰੀਦੀ, ਪਤਾ ਲਿਖਾਇਆ
ਤੇ ਨਗਰ ਦਾ ਨਾਂ ਆਪਣੀ ਮਾਂ ਦੇ ਨਾਂ ਤੇ ਰੱਖਿਆ, ਚੱਕ ਨਾਨਕੀ। ਜਦੋਂ ਕੋਈ ਨਗਰ ਵਸਾਇਆ ਜਾਂਦਾ ਸੀ ਨਾ ਉਹਨਾਂ ਸਮਿਆਂ ਵਿੱਚ, ਤੇ ਉਦੋਂ ਉਹਨੂੰ ਕਹਿੰਦੇ ਸਨ ਚੱਕ। ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਅੰਮ੍ਰਿਤਸਰ, ਤੇ ਉਦੋਂ ਫਿਰ ਗੁਰੂ ਕਾ ਚੱਕ ਆਖਿਆ ਜਾਣ ਲੱਗਾ, ਫਿਰ ਚੱਕ ਰਾਮਦਾਸ ਆਖਿਆ ਜਾਣ ਲੱਗਾ, ਫਿਰ ਰਾਮਦਾਸਪੁਰ ਨਾਂ ਹੋਇਆ, ਤੇ ਫਿਰ ਸਰੋਵਰ ਬਣਾਇਆ, ਉਹਦਾ ਨਾਂ ਰੱਖਿਆ ਅੰਮ੍ਰਿਤਸਰ ਸਰੋਵਰ, ਉਹਦੇ ਨਾਂ ਤੇ ਨਗਰ ਦਾ ਨਾਂ ਅੰਮ੍ਰਿਤਸਰ ਹੋਇਆ। ਏਦਾਂ ਪਹਿਲਾ ਨਾਂ ਜਿਹੜਾ ਸੀ ਚੱਕ ਨਾਨਕੀ ਰੱਖਿਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਸ਼ਹਿਰ ਤੋਂ ਆਨੰਦਪੁਰ ਸਾਹਿਬ ਆਏ ਸਨ, ਤੇ ਨਗਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੰਗਤਾਂ ਨਾਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕੀਤਾ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਸੀ ਅੱਜ ਤੋਂ ਇਸ ਨਗਰ ਦਾ ਨਾਂ ਆਨੰਦਪੁਰ ਸਾਹਿਬ ਹੋਇਆ, ਫਿਰ ਨਾਂ ਆਨੰਦਪੁਰ ਸਾਹਿਬ ਪਿਆ ਸੀਗਾ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਸਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਦੇ ਵਿੱਚ ਰਹਿ ਰਹੇ ਨੇ। ਉਧਰ ਔਰੰਗਜ਼ੇਬ ਜਿਹੜਾ ਬਾਦਸ਼ਾਹ ਹੈ ਉਹ ਰਾਜ ਗੱਦੀ ਤੇ ਹਿੰਦੁਸਤਾਨ ਦੇ ਸਿੰਘਾਸਨ ਤੇ ਬੈਠਾ ਹੋਇਆ, ਔਰ ਉਹਨੇ ਇੱਕ ਨਾਰਾ ਮਾਰਿਆ, ਕਿਉਂਕਿ ਉਹ ਪਾਪੀ ਬੜਾ ਤਕੜਾ ਸੀ। ਉਹ ਸੰਤਾਂ ਸਾਧੂਆਂ ਨੂੰ ਤੇ ਮੌਤ ਦੇ ਘਾਟ ਉਤਾਰ ਹੀ ਚੁੱਕਾ ਸੀ। ਨਾਲ ਨਾਲ ਉਹ ਆਪਣੀ ਭੈਣ, ਆਪਣੀ ਪੁੱਤਰੀ, ਭਰਾ ਤੇ ਪਿਤਾ ਦਾ ਕਾਤਲ ਸੀ। ਉਹ ਆਪਣੇ ਪਾਪਾਂ ਤੇ ਪਰਦਾ ਪਾਉਣਾ ਚਾਹੁੰਦਾ ਸੀ। ਉਹਨੇ ਆਖਿਆ ਇੱਕੋ ਧਰਮ ਹੋਵੇਗਾ ਜਿਹੜਾ ਇਸਲਾਮ ਹੋਵੇਗਾ, ਹੋਰ ਕੋਈ ਧਰਮ ਨਹੀਂ ਹੋਏਗਾ। ਤੇ ਉਹ ਜਿਹੜੇ ਆਨੰਦਪੁਰ ਦੇ ਲੋਕ ਸਨ, ਕਸ਼ਮੀਰ ਦੇ ਪੰਡਤ ਸਨ, ਉਹ ਆਨੰਦਪੁਰ ਸਾਹਿਬ ਵਿਖੇ ਆਏ ਸਨ। ਉਹਨਾਂ ਨੇ ਆ ਕੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਸੋਚ ਵਿਚਾਰ ਰਹੇ ਸਨ। ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ, ਮਾਤਾ ਗੁਜਰ ਕੌਰ ਜੀ ਦੀ ਅੱਖ ਦੇ ਤਾਰੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਦੋਂ ਨਾਂ ਸੀ ਗੋਬਿੰਦ ਰਾਏ। ਉਹਨਾਂ ਨੇ ਪੁੱਛਿਆ ਸੀ ਇਹਨਾਂ ਦੀਆਂ ਧੌਣਾਂ ਕਿਉਂ ਝੁਕੀਆਂ, ਇਹ ਉਦਾਸ ਕਿਉਂ ਨੇ? ਸਾਰੀ ਗੱਲ ਦੱਸੀ। ਕੋਈ ਮਹਾਂਪੁਰਸ਼ ਕੁਰਬਾਨੀ ਦਵੇ, ਇਹਨਾਂ ਦਾ ਧਰਮ ਬਚ ਸਕਦਾ ਹੈ। ਕਹਿਣ ਲੱਗੇ ਤੁਹਾਡੇ ਤੋਂ ਵੱਡੇ ਮਹਾਂਪੁਰਸ਼ ਕੌਣ ਹੋ ਸਕਦੇ ਨੇ? ਜਾਓ ਤੁਸੀਂ ਇਹਨਾਂ ਦਾ ਧਰਮ ਬਚਾਓ, ਸਾਡਾ ਫਿਕਰ ਨਾ ਕਰਿਓ। जब दांत न थे तब दूध दिया, अब दांत दिए तो रिजक न दे है। जदों मूंह विच दंद नहीं सी, रब ने दुध दे के प्याल के साडी पालना कीती। जे उन्हें रोटी खाण वास्ते दंद दिते ने, ते पिताजी रोटी भी वही देगा, पालना भी वही करेगा। फिर गुरु तेग बहादुर साहब महाराज ने कहा, औरंगजेब नूं कह दिओ ਸਾਡੇ ਧਰਮ ਦੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਨੇ, ਜੇ ਉਹ ਮੁਸਲਮਾਨ ਹੋ ਜਾਣਗੇ ਅਸੀਂ ਬਿਨਾਂ ਸ਼ਰਤ ਤੋਂ ਸਾਰੇ ਮੁਸਲਮਾਨ ਹੋ ਜਾਵਾਂਗੇ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਤੇ ਬੜਾ ਖੁਸ਼ ਹੋਇਆ। ਕਹਿੰਦਾ ਇੱਕ ਬੰਦੇ ਨੂੰ ਇਸਲਾਮ 'ਚ ਲਿਆਉਣਾ ਇਹ ਤੇ ਬੜਾ ਸੌਖਾ ਕੰਮ ਹੈ, ਸਾਡਾ ਤੇ ਕੰਮ ਹੀ ਸੌਖਾ ਕਰ ਦਿੱਤਾ ਹੈ ਸਿੱਖਾਂ ਦੇ ਗੁਰੂ ਨੇ। ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੇ ਆਗੂ ਬਣ ਕੇ बड़ा सौखा काम कर देते हैं। कुछ समा अपनी चाल चले और एक समा आया, औरंगजेब ने आख्या भी जाओ वेख के आओ कि जंग वास्ते तैयारी तो नहीं कर रहे। जदों सिपाही आनंदपुर साहब आए ना वेखण वास्ते, उन्हां चिर नूं गुरु साहब जी प्रचार दौरे ते निकल चुके सन। उन्हां सिपाहियां ने खबर दी जी वो तो आनंदपुर छड्ड के दौड़ गए, वो तो उथों गायब हो गए नहीं। उस वेले गुरु साहब जी की गिरफ्तारी का इनाम रखा गया। उधर आगरे दे रहन वाला हसन अली आजड़ी वो बेनती करदा है, सच्चे पातशाह तुसी गिरफ्तार ते होना ही है, क्यों ना चंगा होवे कि मेरे राही हो जाओ, मैं अपनियां बच्चियां दा विआह कर लांगा इनाम दी रकम दे नाल। सतगुरु जी अरदास बेनती दर प्रमाण करके चलदे चलदे पहुंचे ही आगरे सन।
क्योंकि सतगुरु जी जिथे भी कोई आराधदा सी उत्थे ही पहुंच जाते सन। जे भाई मुगलू ने आराध्या 6वें पातशाह के समय होए ने, और उस समय भाई मुगलू ने मंगया सी सतगुरु जिस वेले मेरा अंतिम समा होवे ना ते मेरे प्राण तुहाडी हजूरी विच निकलन। आज गुरु तेग बहादुर साहब जी गुरता गद्दी ते बराजे ने ते भाई मुगलू अखीरले सवासां ते उन्हें अरदास की सच्चे पातशाह आओ मैनू दर्शन दिओ। गुरु साहब जी पहुंच के उन्होंने दर्शन देंदे ने ते भाई मुगलू गुरु की हजूरी विच प्राण त्याग दे। जे ससराम की धरती है ते उथे एक सिख है भाई फग्गू, वो गुरु नूं याद करदा है ते एक दिन उहदी अरदास प्रमाण करके गुरु जी उन्होंने जाके दर्शन देंदे ने। उन्हें अपने घर का दरवाजा बड़ा वड्डा बनवाया, बहुत उच्चा दरवाजा बनाया ते लोग पुछदे ने, लोग उन्होंने चाचा फग्गू कहते सन इलाके विच। कहते चाचा फग्गू आ इन्ना वड्डा दरवाजा बना रहे। वो कहता गुरु तेग बहादुर साहब ने आना है ते मैं चाहना है घोड़े ते सवार होई मेरे घर विच दाखल होण, उन्हां नूं बाहर उतरना ना पवे। गुरु साहब जी आए ते घोड़े ते सवार ही दाखल होए। गुरु साहब जी नूं बिठाया, कई दिन दीवान सजिया। एक दिन गुरु तेग बहादुर साहब जी भाई फग्गू नूं कहंदे, भाई फग्गू जिहड़ी दसवंध दी माया तो इकत्तर करदा है लोकां कोलों ते एक एक पैसा गुरु नूं दे देना चाहिए, गुरु दी कोई कार भेटा पास नहीं रखनी चाहिए। ते भाई फग्गू कहंदा सतगुरु मैं तो एक एक पैसा दे दिता है। कहंदे चेता कर ले कुछ ना कुछ रहिंदा है। कहन लगे नहीं मेरे कोल कोई नहीं पैसा रह गया, मैं सारा कुछ दे दिता है। ते सतगुरु कहते जिस बेरी थले असीं बैठे हुए हाँ इहदे बेर नहीं खवाए। कहंदा मैं भुल गया। कहंदे फिर संगत नूं सारी गल दस। भाई फग्गू ने दसिया भी मैं नगरां विच जांदा सी ते होका दे के आउंदा सी गुरु नानक दे घर वास्ते दसवंध कढो, ते फिर मैं जांदा सी ते कहंदा सी जिहड़ा दसवंध कढिया है वो मेरी झोली च पा दिओ, मैं तुहाडा गुरु घर विच पहुंचा देंगा। एक दिन मैं एक किसी गरीब श्रद्धालु दे घर गया ते वो आप ते घर नहीं सी ते ओहदे घर वाली बीबी घर सी। मैं उन्होंने आख्या भी गुरु वास्ते जो कुछ है दे दिओ। वो कहन लगी भी वो ते घर नहीं है ते घर विच कुछ नहीं, अत दी गरीबी है। कहंदे नाले उन्हें मैनू जवाब दिता नाले वो झाड़ू लाई जावे विहड़े विच। कहंदे मैं दूजी वारी पुछया उन्हें क्या कुछ नहीं हैगा, तीजी वारी मैं क्या कुछ ते होएगा ना, ते उन्हें कूड़ा इकट्ठा कीता सी बुक भर के मेरी झोली च पा दिता। कहंदी ऐ कुछ ही है। ते मैं आख्या जे ये कुछ गुरु वास्ते ते ये भी प्रमाण है। कहंदे मैं घर लियाया उस कूड़े नूं मैं छाणिया ते उहदे विचों बेर दी गिटक निकली, ओनू मैं धो के अपने विहड़े विच दब दिता। सतगुरु आ बेरी नूं बेर लगे होए ने, इहदे थल्ले तुसीं बराजे होए हो, ये मैं भुल गया सी। गुरु मंग के भेटा लै लैंदा जदों गुरु तेग बहादुर साहब महाराज मेहर दे घर विच आउंदे ने, वो मंग के भेटा लै लैंदे। आज हसन अली की अरदास प्रमाण की ते आगरे के बाहर एक बाग विच जाके बैठ गए। ओदे पुत्र नूं आख्या आ दशाला लै जा, मुंदरी लै जा ते हलवाई तो मठियाई लैके आ। जदों हलवाई की दुकान ते गया उन्हें गुरु जी वालों दशाला जिहड़ा दिता होया वो अपने कपड़े विच लपेट के लैके गए। ते बड़ा कीमती दशाला है, कोई राह च मेरे तो खोह ना लवे। हलवाई ने मुंदरी देखी, दशाला देखा, उन्हें कहा चोरी करके लियाया है। उन्हें दसिया भी इस तरह महापुरुष आए ने, उन्होंने मैनू दे के भेजा, मैं मठियाई लैके जाना। ते हलवाई ने पुलिस बुला ली, दरोगा आ गया सिपाही लैके,
उस बच्चे दे नाल गुरु तेग बहादुर साहब महाराज के कोल आए ते गुरु साहब जी नूं गिरफ्तार कर लिया और उथे रखिया, बंदी बना के फिर उथों दिल्ली लिआंदा गया। पर वो जदों हसन अली नूं पता लगा ना ते उन्हें रो रो के बेनती की, सच्चे पातशाह ऐसी माया मैनू नहीं चाहिए। गुरु तेग बहादुर साहब महाराज जी दिल्ली दे विच अपना आपा कुर्बान करते ने और उन्हां तो पहला 3 सिख शहादत देंदे ने। भाई मती दास, भाई सती दास, भाई दयाला जी। भाई मती दास नूं आरे ना चीरिया जांदा है, सती दास नूं रूह बन के अग लगा के शहीद किया जांदा है और भाई दयाला जी नूं उबलदे पानी विच उबालिया जांदा है। भाई मती दास नूं बड़े लालच दिते गए, कहंदे सुख लै लै, आरे दे दंदे बड़े तिखे। वो कहंदा सुख ते मैं बहुते भोग लै ने, गुरु दा दीवान, सुखां दी कोई कमी नहीं रही, थोड़ा जिहा आरे दा स्वाद विखा दिओ, फिर मैं वेखांगा भी दो चों किहड़ा चंगा है। एक शायर कहंदा 2 ਉਂਗਲਾਂ जद सीस विच आरे पाया चीर, मती दास जी बोलदे सुण काजी धर धीर। भाई मती दास कहते रुक जाओ, वो कहते डर गया लगता है, कहता डरिया नहीं, तुसी कहते भी एक चुन लो, मैं दसना चाहना की चुने। कहते मैनू आरा प्यारा लगदा, कारा करो बनाई, सिर जांदा ते जान दे, मेरा सिੱਖੀ सिदक ना जाए। मैं गुरु तो बेमुख हो के जावां, इहदे वर्गी माड़ी गल नहीं हो सकती। गुरु दे सन्मुख रह के मैं शहीद हो जावां, इहदे तो चंगी गल कोई हो नहीं सकती। भाई दयाला सामने गुरु दे नेत्रां विच नेत्र पए ने ते एक विद्वान कहता है इदां लगदा है जिवें गुरु तेग बहादुर साहब इशारियां दे नाल पुछ रहे ने, भाई दयाले मेरे बच्चे तैनूं ये पानी तरदा ते नहीं लगदा? ते भाई दयाला जी अगों कह रहे हुण सतगुरु पंजवें जामे विच आप ही इहदे विच बह के पूरने पा गए सी कि जे ऐसा समा भी आवे ते इस तरह उस समय भाणे विच रहना है। तुसी मेरे सन्मुख होवो, तुहाडी दृष्टि मेरे ते पै रही होवे, पानी दी की मजाल है मैनूं ढला जावे। गुरु तेग बहादुर साहब महाराज जी जिन्हां ने उस समय उन्हां आए हुए कश्मीरी पंडितां नूं जो क्या करके विखाया। सतगुरु कहा बच्चेओ तुसी घर ही जाओ, शीस दे के धर्म निभावांगा मैं, हिंदू मंदिरां दे बुझ रहे दीवियां विच तेल खून अपने दा पावांगा मैं, पाया देश दी जड़ां विच खून अपना, हिंदुस्तान दा बाग तां फल रहा है। अज भी हिंदू मंदिरां दे दीवियां विच खून तेग बहादुर दा बल रहा है। खून तेग बहादुर दा बल रहा है। गुरु तेग बहादुर साहब महाराज ने जो शर्त रखी सी, औरंगजेब खुश होया सी, उन्होंने कमले नूं पता ही नहीं भी सामने गुरु तेग बहादुर साहब ने आम मनुख नहीं है जिन्हों इस्लाम दे विच लै आवेगा। गुरु साहब जी नूं पिंजरे विच कैद किया गया और जिस थां गुरु साहब जी शहादत हुई गुरुद्वारा सीसगंज साहब मौजूद है, थले भोरा साहब बनया होया है जिथे बैठे सन गुरु साहब जी। जपजी साहब का जिथे पाठ किया सी बह के गुरु साहब जी नूं कहा गया, औरंगजेब वालों संदेशा आया भी इन्हां नूं कहो भी जां ते करामात विखाउण, जां इस्लाम धारण करन ते जां फिर मरण वास्ते तैयार हो जान। गुरु साहब कहन लगे करामात कहर दा ना है ते सानू साडा धर्म प्यारा है ते तीजी गल असीं तुहाडी प्रमाण करदे हां। बड़ा कुछ किया जलाद ने ते काजी ने। काजी कहता मैं जदी पुरशी काजी हाँ, जलाद कहता मेरे प्यो दादा भी जलाद ते मैं जदी पुरशी जलाद हाँ। जलाद जलालोदीन समाणे दे रहन वाला ते गुरु साहब कहते मेल ही बड़ा वधिया होया।
इथे जदी पुरुषी काजी है, इथे जदी पुरुषी जलाद है, ते मैं भी जदी पुरुषी ही शहीद दादे दा पोतरा हाँ। मेरे दादा गुरु अर्जन देव महाराज भी शहीद हैं। आखिया असीं जपजी साहिब का पाठ करके सीस झुकावांगे, उस वेले तुसीं अपना कारज कर लेना। पर औरंगजेब नूं कह दिओ मैं हाँ तेग ते पकड़ ले तेग तू भी, एक दो नहीं परख ले 100 तेगा। मैं हाँ तेग ते पकड़ ले तेग तू भी, एक दो नहीं परख ले 100 तेगा। मैनू लकबा है अनख बहादरी दा, मेरे सावे नी सकदियां हो तेगा। मैं ते जमदिया तेगा दी शामानी, वेख पिता दियां पैनियां 2 तेगा। मेरे पिता दी अनख बहादरी ते, रिया परखदा तेरा प्यो तेगा। हुण भी वेख ली आउंदे भविख अंदर, मेरे पुत ने वाउणियां ओ तेगा। ओदी तेग चों जेड़ी तेग निकलू, लखां लैगी तेरियां खो तेगा। ते लखां तेगा खोण वाली गल सी। एक बने 40 सिंह सन चमकौर दी गड़ी विच, ते दूजे बने 10 लाख दा घेरा सी। गुरु साहब फिर भी घेरे चों निकल गए। गुरु साहब जी दी एक हिसाब दी वो जित होई सीगी, लखां दी गिणती दी फौज ते गुरु साहब जी नूं पकड़ नहीं सकी। ये गुरु तेग बहादुर साहब महाराज के बचन सन। गुरु तेग बहादुर साहब महाराज जी के बारे एक शायर कहंदा है, ऐ गुरु तेग बहादुर हिंद दी चादर, तेरा पूरा सत्कार नहीं हो सकिया। कवियां आलमा आलफा फाजला तो तेरा पूरा विस्तार नहीं हो सकिया। ओ पिता किसे पासे पुत किसे पासे, एक थां परिवार नहीं हो सकिया। ओ शीस किसे पासे ते धड़ किसे पासे, एक थां संस्कार नहीं हो सकिया। गुरु तेग बहादुर साहब महाराज होए ने जिन्हां दे शरीर दा 2 थां संस्कार होए हैं। धड़ दा संस्कार गुरुद्वारा रकाबगंज साहब भाई लखी शाह वणजारा ते उहदे पुत्र नगाइया भाई उदय सिंह आदि सिखां दी मदद दे नाल उन्हां ने गुरु साहब जी दा धड़ अपने घर च रख के घर नूं ही अग ला दित्ती। किन्ने गुरु दे श्रद्धालु होणगे। गुरु साहब दा संस्कार कीता क्योंकि औरंगजेब ने गल कही सी, गुरु तेग बहादुर साहब जी दे शरीर दे टोटे करके दिल्ली के बाहर शाही दरवाजियां के उत्ते लटका दिते जान, इन्ना खौफ फैल जावे, कल नूं कोई साडे अगे सिर चुकण दा हिया ना करे। पर सिख किदां होण दे सकदे सन। उधर भाई जैता दी जुरत वेखो, उन्हां ने गुरु तेग बहादुर साहब महाराज जी दा सीस जिहड़ा सी वो आनंदपुर साहिब विखे पहुंचाया है। टाइम दस दिओ जी, ठीक आ आपां बचन करके फिर समाप्ति करते हैं। भाई जैता जी उन्होंने पड़ा करते हुए बागपत पड़ा किया, तरावड़ी पड़ा किया उन्होंने। फिर कैथ माजरी अंबाले के इलाके विच जंड साहब गुरुद्वारा मौजूद है, उथे पड़ा किया। फिर नाभा साहब पड़ा किया, फिर कीरतपुर पड़ा किया। इन्हां विच करनाल दे इलाके दा एक
ਦੇਵਾ ਰਾਮ ਹੋਇਆ। ਉਹ ਇੱਕ ਵਾਰੀ ਆਨੰਦਪੁਰ ਸਾਹਿਬ ਗਿਆ ਸੀ ਤੇ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਕਿਤੇ ਕਿਰਪਾ ਕਰਿਓ ਜੇ ਦਾਸ ਦੇ ਘਰ ਵੀ ਆਇਓ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿ ਅਸੀਂ ਐਨੇ ਕ ਸਮੇਂ ਬਾਅਦ ਆਵਾਂਗੇ ਤੇ ਜਦੋਂ ਅਸੀਂ ਆਵਾਂਗੇ ਸਾਨੂੰ ਪਛਾਣ ਲੇਗਾ। ਕਹਿੰਦਾ ਮਹਾਰਾਜ ਹੱਦ ਹੋ ਗਈ, ਤੁਸੀਂ ਆਓ ਤੇ ਮੈਂ ਪਛਾਣਾ ਕਿਉਂ ਨਾ। ਫਿਰ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਜਦੋਂ ਅਸੀਂ ਆਏ ਸਾਨੂੰ ਪਛਾਣ ਲਏਗਾ। ਕਹਿੰਦਾ ਮਹਾਰਾਜ ਜ਼ਰੂਰ ਪਛਾਣਾਗਾ, ਤੁਸੀਂ ਆਓ ਤੇ ਸਹੀ ਭਾਗ ਤੇ ਲਾਓ। ਇਧਰ ਸਮਾਂ ਆਪਣੀ ਚਾਲ ਚੱਲਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਨੇ। ਭਾਈ ਜੈਤਾ ਜੀ ਸੀਸ ਲੈ ਕੇ ਗਿਆ ਤੇ ਇਸ ਨੂੰ ਜਦੋਂ ਮਿਲਿਆ ਤੇ ਇਹਦੇ ਘਰ ਗਏ, ਪਹਿਲਾਂ ਗੱਲਬਾਤ ਹੋਈ ਹੈ। ਇਹਨੂੰ ਕਿਸੇ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਗਏ ਨੇ। ਹੁਣ ਇੱਕ ਮਨ ਹੈ ਤੇ ਇੱਕ ਦਿਮਾਗ ਹੈ। ਦਿਮਾਗ ਕਹਿੰਦਾ ਹੈ ਦੇਵਾ ਰਾਮ ਹੁਣ ਗੁਰੂ ਸ਼ਹੀਦ ਹੋ ਗਏ, ਹੁਣ ਉਹਨਾਂ ਕਿੱਥੇ ਆਉਣਾ ਤੇਰੇ ਘਰ। ਤੇ ਮਨ ਕਹਿੰਦਾ ਉਹਨਾਂ ਨੇ ਵਾਅਦਾ ਕੀਤਾ ਜ਼ਰੂਰ ਆਉਣਗੇ। ਜਦੋਂ ਭਾਈ ਜੈਤਾ ਇਹਦੇ ਘਰ ਗਿਆ ਤੇ ਇਹਨੇ ਆਖਿਆ ਆ ਦੇਖ ਮੈਂ ਗੁਰੂ ਸਾਹਿਬ ਜੀ ਵਾਸਤੇ ਵਸਤਰ ਬਣਾਇਆ ਸੀ। ਭਾਈ ਜੈਤੇ ਨੂੰ ਦਿਖਾਉਂਦਾ ਹੈ, ਆ ਵੇਖ ਮੈਂ ਚੰਦਨ ਦੀ ਚੌਂਕੀ ਬਣਾਈ ਸੀ। ਗੁਰੂ ਸਾਹਿਬ ਜੀ ਇਹਦੇ ਉੱਤੇ ਬੈਠਣਾ ਜਦੋਂ ਉਹਨਾਂ ਮੇਰੇ ਘਰ ਆਉਣਾ ਸੀ, ਪਰ ਮੈਨੂੰ ਪਤਾ ਲੱਗਾ ਵੀ ਉਹ ਸ਼ਹੀਦ ਹੋ ਗਏ। ਕਹਿੰਦੇ ਤੂੰ ਸੱਚ ਸੁਣਿਆ। ਜਦੋਂ ਉਹਨੇ ਚੰਦਨ ਦੀ ਚੌਂਕੀ ਵਿਖਾਈ ਨਾ, ਜ਼ਮੀਨ ਤੇ ਢਾਹ ਦਿੱਤੀ ਤੇ ਭਾਈ ਜੈਤੇ ਕੋਲ ਗੁਰੂ ਦਾ ਸੀਸ ਸੀ, ਕੱਪੜਿਆਂ ਵਿੱਚ ਵਲੇਟਿਆ ਹੋਇਆ, ਤੇ ਭਾਈ ਜੈਤਾ ਜੀ ਨੇ ਉਹਦੇ ਉੱਤੇ ਰੱਖਤਾ। ਉਹ ਨਾਰਾਜ਼ ਹੋ ਗਿਆ, ਕਹਿੰਦਾ ਮੈਂ ਤੈਨੂੰ ਵਿਖਾਇਆ ਏ, ਤੂੰ ਆਪਣਾ ਸਮਾਨ ਹੀ ਉੱਤੇ ਰੱਖ ਦਿੱਤਾ, ਚੁੱਕ ਲੈ ਇਹਨੂੰ, ਕੀ ਹੈ ਇਹਦੇ ਵਿੱਚ। ਤੇ ਭਾਈ ਜੈਤਾ ਜੀ ਕਹਿੰਦੇ ਫਿਰ ਆਪ ਹੀ ਵੇਖ ਲੈ। ਇੱਕ ਕੱਪੜਾ ਲਾਇਆ, ਦੂਜਾ ਲਾਇਆ, ਤੀਜਾ ਕੱਪੜਾ ਜਿਹੜਾ ਉਹ ਖੂਨ ਨਾਲ ਭਿੱਜਿਆ ਹੋਇਆ। ਜਦੋਂ ਉਹ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ। ਭੁੱਬਾਂ ਮਾਰ ਕੇ ਰੋਕਿਆ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਘਰ ਆਏ ਤੇ ਮੈਂ ਪਛਾਣ ਹੀ ਨਹੀਂ ਸਕਿਆ। ਤੁਸੀਂ ਠੀਕ ਕਿਹਾ ਸੀ ਵੀ ਜਦੋਂ ਅਸੀਂ ਆਏ ਤੇ ਪਛਾਣ ਲਈ। ਸਤਿਗੁਰੂ ਤੁਸੀਂ ਤੇ ਆਪਣਾ ਵਚਨ ਸ਼ਹੀਦ ਹੋਣ ਤੋਂ ਬਾਅਦ ਵੀ ਪੂਰਾ ਕਰ ਦਿੱਤਾ। ਸੋ ਸਾਧ ਵਚਨ ਅਟਲ ਹੈ, ਜੋ ਗੁਰੂ ਵਚਨ ਕਰ ਦਵੇ ਉਹ ਅਟਲ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਹੈ, 59 ਸ਼ਬਦ ਤੇ 57 ਸ਼ਲੋਕ ਹਨ। ਕੁੱਲ ਗਿਣਤੀ 116 ਬਣਦੀ ਹੈ। ਵੈਰਾਗਮਈ ਬਾਣੀ ਗੁਰੂ ਸਾਹਿਬ ਜੀ ਦੀ ਜਦੋਂ ਪੜ੍ਹੀਏ ਤੇ ਬੜਾ ਆਨੰਦ ਆਉਂਦਾ ਹੈ। ਆਪ ਜੀਆਂ ਦੇ ਬੜੇ ਵੱਡੇ ਭਾਗ ਹਨ। ਸ਼੍ਰੀ ਸ਼ਿਵ ਸ਼ੰਕਰ ਜੀ, ਸ਼੍ਰੀ ਪਵਨ ਜੀ, ਸ਼੍ਰੀ ਗੁਲਸ਼ਨ ਆਨੰਦ ਜੀ ਤੇ ਰਾਣੀ ਬਾਗ ਨਗਰ ਦੀ ਸਮੂਹ ਸੰਗਤ ਜੋ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰੂ ਚਰਨਾਂ ਵਿੱਚ ਜੁੜੇ ਹੋ। ਸਤਿਗੁਰੂ ਇਸੇ ਤਰ੍ਹਾਂ ਆਪ ਜੀ ਨੂੰ ਜੋੜੀ ਰੱਖਣ। ਜੁੜੇ ਰਹੋ, ਜੋੜਦੇ ਰਹੋ ਤੇ ਗੁਰੂ ਦੇ ਗੁਰਪੁਰਬ ਮਨਾਉਂਦੇ ਰਹੋ। ਸਤਿਗੁਰੂ ਕਾਰੋਬਾਰਾਂ ਵਿੱਚ ਵਾਧੇ ਚੜ੍ਹਦੀ ਕਲਾ ਦੇ ਜੀਵਨ ਬਖਸ਼ਣ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।